ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਇਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਆਜੂਨੀ ਸੈਭੰ। ਗੁਰ ਪ੍ਰਸਾਦ। ਸ਼੍ਰੀ ਨਾਨਕ ਪਾਦ ਪੰਕਜ ਬੰਦਨ। ਪਾਦ ਪੰਕਜ ਬੰਦਨਾ। ਸਿਮਰੋ ਅੰਗਦ ਦੋਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਧਿਆਵੋ। ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ। ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ। ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ। ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁਨ ਪੁਨ ਸੀਸਾ। ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਮਹਿਮਾ ਅਮਿਤ ਮਨੇ ਮਹਿਮਾਨੀ। ਹੈ ਅਵਤਾਰ ਸਤ ਚਿਤ ਜਾਨੀ। ਜੁਗੋ ਜੁਗ ਅਟਲ ਚਬਰ ਸਬਰ ਤੱਕ ਦੇ ਬਾਲਕ ਗੁਰਤਾ ਗੱਦੀ ਤੇ ਵਿਰਾਜਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੌਰਾਨ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ। ਸਤਿਗੁਰਾਂ ਜੀ ਦੀ ਅਪਾਰ ਕਿਰਪਾ ਹੈ। ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ ਕਿ ਸਾਨੂੰ ਇਹ ਸੁਭਾਗ ਸਮਾਂ ਬਖਸ਼ਿਸ਼ ਹੋਇਆ ਹੈ ਜਿੱਥੇ ਅਸੀਂ ਰੋਜ਼ਾਨਾ ਗੁਰੂ ਪਿਆਰਿਆਂ ਪਾਸੋਂ ਸਤਿਗੁਰਾਂ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ। ਨਾਲ ਹੀ ਨਾਲ
ਗੁਰ ਇਤਿਹਾਸ ਤੋਂ ਜਾਣੂ ਹੋ ਕੇ ਲਾਭ ਪ੍ਰਾਪਤ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਇ ਚੌਥੀ ਦੀ ਕਥਾ ਵਿਚਾਰ ਆਰੰਭ ਕੀਤੀ ਸੀ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਬਾਬਤ ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਮਕਰਨ ਬਾਬਤ ਜੋ ਹੈ ਉਹ ਪ੍ਰਸੰਗ ਇਸ ਚੌਥੇ ਅਧਿਆਇ ਦੇ ਵਿੱਚ ਹੈ। ਕੱਲ ਦੇ ਦੀਵਾਨਾਂ ਵਿੱਚ ਜੋ ਅਸੀਂ ਵਿਚਾਰਾਂ ਸਰਵਣ ਕੀਤੀਆਂ, ਕੁਝ ਕੁ ਪੰਛੀ ਝਾਤ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਮਾਰਾਂਗੇ, ਤਾਂ ਜੋ ਅੱਜ ਦੀ ਵਿਚਾਰ, ਅੱਜ ਦੇ ਪ੍ਰਸੰਗ ਨੂੰ ਸਮਝਣ ਦੇ ਵਿੱਚ ਸਾਨੂੰ ਕੁਝ ਸੋਗ ਮਹਿਸੂਸ ਹੋ ਸਕੇ। ਅੱਜ ਦੇ ਪ੍ਰਸੰਗ ਦੀ ਲੜੀ ਨੂੰ ਜੋੜਨ ਦੇ ਵਿੱਚ ਸਾਨੂੰ ਜੋ ਲੜੀ ਸਮਝ ਆਉਣ ਦੇ ਵਿੱਚ ਜਿਹੜੀ ਹੈ ਸੋਗ ਮਹਿਸੂਸ ਹੋ ਸਕੇ। ਕੱਲ ਦੇ ਦੀਵਾਨਾਂ ਤੱਕ ਅਸੀਂ ਇਹ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਦਾਸ ਜੀ ਦੀ ਗ੍ਰਹਿ ਵਿਖੇ ਪਹੁੰਚਦੇ ਨੇ ਤੇ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਸਾਰਿਆਂ ਦੇ ਨਾਲ ਜੋ ਵਾਰਤਾ ਕਰਦੇ ਨੇ, ਜੋ ਵਿਚਾਰ ਕਰਦੇ ਨੇ, ਤੇ ਮਹਿਤਾ ਕਾਲੂ ਦਾਸ ਜੀ ਪੰਡਿਤ ਜੀ ਨੂੰ ਬੱਚੇ ਦੀ ਜਨਮ ਪੱਤਰੀ ਤਿਆਰ ਕਰਨ ਦੇ ਲਈ ਆਖਦੇ ਨੇ। ਪੰਡਿਤ ਹਰਦਿਆਲ ਜੀ ਬੱਚੇ ਨੂੰ ਦੇਖਣ ਦੀ ਇੱਛਾ ਰੱਖਦੇ ਨੇ ਕਿ ਮੈਂ ਇਸ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਜੋ ਕੁਝ ਦਾਈ ਦੌਲਤਾਂ ਨੇ ਜਨਮ ਦੇ ਬਾਬਤ ਪੰਡਿਤ ਜੀ ਨੂੰ ਦੱਸਣਾ ਕੀਤਾ ਸੀ, ਉਹ ਸਾਰੀ ਵਿਚਾਰ ਤੋਂ ਪ੍ਰਸੰਨ ਹੋ ਕੇ ਸਾਰਾ ਕੁਝ ਆਪਣੇ ਕੰਨਾਂ ਦੇ ਨਾਲ ਸੁਣ ਕੇ ਪੰਡਿਤ ਜੀ ਦੇ ਮਨ ਦੇ ਵਿੱਚ ਇੱਛਾ ਜ਼ਾਹਰ ਹੋਈ ਕਿ ਉਸ ਬਾਲਕ ਦੇ ਦਰਸ਼ਨ ਕੀਤੇ ਜਾਣ। ਤੇ ਮਨ ਹੀ ਮਨ ਵਿੱਚ ਸੋਚਦੇ ਨੇ ਕਿ ਕੀ ਇਹ ਵਿਸ਼ਨੂੰ ਦਾ ਅਵਤਾਰ ਹੈ ਜਾਂ ਸ਼ਿਵ ਜੀ ਨੇ ਅਵਤਾਰ ਧਾਰਨ ਕਰ ਲਿਆ। ਆਪਣੇ ਮਨ ਦੇ ਵਿੱਚ ਇਹ ਕਲਪਨਾ ਕਰਦੇ ਨੇ ਕਿ ਇਹ ਕੋਈ ਅਵਤਾਰੀ ਪੁਰਸ਼ ਹੈ, ਪਰ ਸਮਝ ਨਹੀਂ ਆ ਰਹੀ ਵੀ ਕੌਣ ਅਵਤਾਰ ਧਾਰਨ ਕਰਕੇ ਧਰਤੀ ਦੇ ਉੱਤੇ ਆਇਆ ਹੈ। ਫਿਰ ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਉਪਰੰਤ ਪੰਡਿਤ ਹਰਦਿਆਲ ਜੀ ਖੜੇ ਹੋ ਕੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਤੇ ਨਮਸਕਾਰ ਕਰਨ ਤੋਂ ਬਾਅਦ ਉਹਨਾਂ ਦੇ ਸਰੀਰ ਵੱਲ ਤੱਕਦੇ ਨੇ ਤੇ ਦੇਖਦੇ ਨੇ ਕਿ ਸੱਜੇ ਹੱਥ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚੌਰ ਦਾ ਨਿਸ਼ਾਨ ਹੈ ਤੇ ਨਾਲ ਹੀ ਨਾਲ ਖੱਬੇ ਹੱਥ ਦੇ ਵਿੱਚ ਇੱਕ ਛਤਰ ਦਾ ਨਿਸ਼ਾਨ ਬਣਿਆ ਹੈ। ਤੇ ਮਹਿਤਾ ਕਾਲੂ ਦਾਸ ਜੀ ਨੂੰ ਬੇਨਤੀ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਪੁੱਤਰ ਪੂਰੇ ਜਗਤ ਦੇ ਉੱਤੇ ਫਤਿਹ ਹਾਸਲ ਕਰੇਗਾ ਤੇ ਸ਼ੁਭ ਜਿਹੜੇ 32 ਗੁਣ ਸਨ ਉਹ ਪੰਡਿਤ ਜੀ ਨੇ ਉਸ ਬਾਲਕ ਦੇ ਵਿੱਚ ਦੇਖ ਲਏ, ਜਿਹੜੇ ਇੱਕ ਚੰਗੇ ਇਨਸਾਨ ਦੇ ਵਿੱਚ, ਇੱਕ ਚੰਗੇ ਪੁਰਸ਼ ਦੇ ਵਿੱਚ ਹੁੰਦੇ ਨੇ। ਕਿ ਇਹ ਬਾਲਕ ਮਾਤਾ ਪਿਤਾ ਦਾ ਆਗਿਆਕਾਰੀ ਹੋਵੇਗਾ, ਜਪੀ ਹੋਵੇਗਾ, ਤਪੀ ਹੋਵੇਗਾ, ਦਿਆਲੂ ਹੋਵੇਗਾ, ਕਿਰਪਾਲੂ ਹੋਵੇਗਾ। ਇਹ ਸਾਰੇ ਗੁਣ ਪੰਡਿਤ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਾਜ ਜੀ ਦੇ ਵਿੱਚ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਦੇਖ ਲਏ ਸਨ। ਕੱਲ ਤੱਕ ਦੇ ਦੀਵਾਨਾਂ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਸਾਂ। ਆਓ ਅਗਲੇਰੇ ਪ੍ਰਸੰਗ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਕਲਗੀਧਰ ਪਿਤਾ ਜੀ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਸਾਂਝ ਪਾ ਲਈਏ ਜੀ। ਦੋਵੇਂ ਹੱਥ ਜੋੜ ਕੇ ਪਿਆਰ ਸਤਿਕਾਰ ਨਾਲ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਅਮਿਤ ਮਨਿ ਮਹਿਮਾਨੀ, ਹੈ ਅਵਤਾਰ ਸਤ ਚਿਤ ਜਾਨੀ। ਪੰਡਿਤ ਹਰਦਿਆਲ ਜੀ ਨੇ ਆਪਣੇ ਮਨ ਦੇ ਵਿੱਚ ਬਾਲਕ ਦੇ ਪ੍ਰਤੀ, ਉਸ ਬੱਚੇ ਦੇ ਪ੍ਰਤੀ ਬਹੁਤ ਮਹਿਮਾ ਜਿਹੜੀ ਸੀ ਆਪਣੇ ਮਨ ਦੇ ਵਿੱਚ ਮੰਨ ਲਈ ਕਿ ਇਹ ਬਾਲਕ ਕੋਈ ਆਮ ਬਾਲਕ ਨਹੀਂ, ਜਗਤ ਦੇ ਵਿੱਚ ਬਹੁਤ ਪ੍ਰਸ਼ੰਸਾ ਖਟੇਗਾ, ਛਤਰਾਂ ਦਾ ਮਾਲਕ ਹੋਵੇਗਾ। ਇਸ ਦੇ ਸੀਸ ਦੇ ਉੱਤੇ ਜੁਗਾ ਜੁਗੰਤਰਾ ਤੱਕ ਛਤਰ ਝੁੱਲਣਗੇ। ਤੇ ਨਾਲ ਹੀ ਪੰਡਿਤ ਹਰਦਿਆਲ ਜੀ ਆਪਣੇ ਮਨ ਦੇ ਵਿੱਚ ਇਹ ਅਨੁਮਾਨ ਲਗਾ ਰਹੇ ਨੇ ਕਿ ਸਤ ਚਿੱਤ ਇਹ ਅਵਤਾਰ ਹੈ, ਇਹ ਸੱਚਮੁੱਚ ਹੀ ਕੋਈ ਅਵਤਾਰ ਧਾਰਨ ਕਰਕੇ ਇਸ ਧਰਤੀ ਦੇ ਉੱਤੇ ਆਇਆ ਹੈ। ਦਿਜ ਦਰਸਾਏ ਧਾਇ ਟਿਕ ਮਾਤਾ, ਦੀਨੋ ਜਾਏ ਜੋ ਸੁੰਦਰ ਤਾਤਾ। ਤੇ ਫਿਰ ਪੰਡਿਤ ਹਰਦਿਆਲ ਜੀ ਨੇ ਆਖਿਆ ਕਿ ਇਸ ਬੱਚੇ ਨੂੰ, ਇਸ ਬਾਲਕ ਨੂੰ ਅਵਤਾਰ ਜਾਣੋ।
ਇਹ ਸਾਰੇ ਬਚਨ ਪੰਡਿਤ ਹਰਦਿਆਲ ਜੀ ਕੋਲੋਂ ਮਹਿਤਾ ਕਾਲੂਦਾਸ ਜੀ ਵੀ ਸਰਵਣ ਕਰਦੇ ਨੇ, ਤੇ ਨਾਲ ਜਿਹੜੀ ਕੋਲ ਦਾਈ ਦੌਲਤਾ ਜੀ ਖੜੇ ਨੇ ਨਾ, ਉਹ ਵੀ ਪੰਡਿਤ ਜੀ ਦੇ ਕੋਲ ਇਹ ਬਚਨ ਸਰਵਣ ਕਰਦੇ ਨੇ। ਤੇ ਜਦੋਂ ਇਹ ਸਾਰੇ ਬਚਨ ਆਪਣੇ ਕੰਨਾਂ ਦੇ ਨਾਲ ਸਰਵਣ ਕੀਤੇ ਤਾਂ ਪੰਡਿਤ ਹਰਦਿਆਲ ਜੀ ਨੇ ਆਪਣੇ ਹੱਥਾਂ 'ਚੋਂ, ਆਪਣੇ ਕਰ ਦੇ ਵਿੱਚੋਂ ਉਹ ਬਾਲਕ ਨੂੰ ਦਾਈ ਦੌਲਤਾ ਜੀ ਨੂੰ ਸੌਂਪ ਦਿੱਤਾ। ਦਾਈ ਦੌਲਤਾ ਜੀ ਉਸ ਬੱਚੇ ਨੂੰ ਲੈ ਕੇ ਮਾਤਾ ਜੀ ਕੋਲ ਪਹੁੰਚਦੇ ਨੇ। ਦੀਨੋਂ ਜਾਏ ਸੋ ਸੁੰਦਰ ਤਾਤਾ, ਤਾਤਾ ਦਾ ਭਾਵ ਹੁੰਦਾ ਪੁੱਤਰ, ਕਿ ਦਾਈ ਦੌਲਤਾ ਜੀ ਨੇ ਪੁੱਤਰ ਨੂੰ ਆਪਣੇ ਹੱਥਾਂ ਦੇ ਵਿੱਚ ਪ੍ਰਾਪਤ ਕਰਕੇ ਉਸ ਪੁੱਤਰ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਜੀ ਦੇ ਹੱਥਾਂ ਵਿੱਚ ਸੌਂਪ ਦਿੱਤਾ। ਚੌਪਈ ਨੰਦੀ ਮੁਖ ਸਰਾਧ ਕਰਵਾਇਓ, ਬੇਦਨ ਵਿਦ ਜੋ ਵਿਪਰ ਬਤਾਇਓ। ਵਿਪਰ ਦਾ ਭਾਵ ਹੁੰਦਾ ਪੰਡਿਤ। ਹੁਣ ਪੰਡਿਤ ਜੀ ਮਹਿਤਾ ਕਾਲੂਦਾਸ ਜੀ ਨੂੰ ਬੇਨਤੀ ਕਰਦੇ ਨੇ, ਮਹਿਤਾ ਕਾਲੂਦਾਸ ਜੀ ਨੂੰ ਆਖਦੇ ਨੇ ਕਿ ਜਿਹੜੇ ਸਾਡੀ ਬੇਦੀ ਕੁਲ ਦੇ ਮੁਤਾਬਕ ਜੋ ਵੀ ਤੁਹਾਡੇ ਰੀਤੀ ਰਿਵਾਜ ਨੇ ਨਾ, ਉਸ ਦੇ ਮੁਤਾਬਕ ਸਰਾਧ ਕਰਵਾਓ। ਕਿਉਂਕਿ ਆਮ ਤੌਰ ਦੇ ਉੱਤੇ ਖੁਸ਼ੀਆਂ ਦੇ ਮੌਕੇ ਜਿਹੜਾ ਕਰਵਾਇਆ ਜਾਣ ਵਾਲਾ ਸਰਾਧ ਸੀ ਨਾ, ਨੰਦੀ ਭਾਵ ਆਨੰਦਦਾਇਕ ਜਿਹੜਾ ਸਰਾਧ ਸੀ, ਉਹ ਪੰਡਿਤ ਜੀ ਨੇ ਮਹਿਤਾ ਕਾਲੂਦਾਸ ਜੀ ਨੂੰ ਆਖਿਆ ਵੀ ਇਹ ਸਰਾਧ ਕਰਵਾਇਆ ਜਾਵੇ। ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ, ਤੁਹਾਡੇ ਘਰ ਦੇ ਵਿੱਚ ਖੁਸ਼ੀਆਂ ਦਾ ਆਗਮਨ ਹੋਇਆ ਹੈ ਤੇ ਸਾਡੀ ਵੇਦੀ ਕੁਲ ਦੀ ਰੀਤ ਹੈ, ਇਸ ਦੇ ਮੁਤਾਬਕ ਤੁਹਾਨੂੰ ਇਹ ਕਾਰਜ ਕਰਨਾ ਪਵੇਗਾ। ਕਾਲੂ ਕਹੈ ਨਾਮ ਸਿਸ ਰੱਖੋ, ਬਰਨ ਸੋਧ ਸੁਧ ਮੁਝ ਸੋ ਭਾਖੋ। ਹੁਣ ਮਹਿਤਾ ਕਾਲੂਦਾਸ ਜੀ ਪੰਡਿਤ ਹਰਦਿਆਲ ਜੀ ਨੂੰ ਆਖਦੇ ਨੇ ਕਿ हे ਪੰਡਿਤ ਜੀ, ਇਸ ਬੱਚੇ ਦਾ ਨਾਮਕਰਨ ਕੀਤਾ ਜਾਵੇ ਤੇ ਕੋਈ ਚੰਗੀ ਵਿਚਾਰ ਕਰਕੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਚੰਗੀ ਵਿਚਾਰ ਕਰਕੇ ਅੱਖਰਾਂ ਦੀ ਸੋਧ ਕਰਕੇ ਕੋਈ ਚੰਗਾ ਜਿਹਾ ਨਾਮ ਮੈਨੂੰ ਦੱਸਣਾ ਕਰੋ। ਕੋਈ ਚੰਗਾ ਜਿਹਾ ਨਾਮ ਦੱਸੋ, ਇਸ ਬੱਚੇ ਦਾ, ਇਸ ਬਾਲਕ ਦਾ ਨਾਮਕਰਨ ਕੀਤਾ ਜਾਵੇ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਦੋਂ ਸਿੱਖੀ ਦੀ ਵਿਚਾਰਧਾਰਾ ਆਰੰਭ ਹੋ ਰਹੀ ਨਾ, ਉਸ ਤੋਂ ਪਹਿਲਾਂ ਦੀ ਜੋ ਸਮਾਜ ਦੀ ਹਾਲਤ ਹੈ, ਜੋ ਸਮਾਜ ਦੇ ਵਿੱਚ ਮਤ ਪ੍ਰਚਲਿਤ ਨੇ, ਉਸ ਦੇ ਮੁਤਾਬਕ ਇਹ ਵਿਚਾਰ ਪੰਡਿਤ ਹਰਦਿਆਲ ਜੀ ਨੇ ਮਹਿਤਾ ਕਾਲੂਦਾਸ ਜੀ ਨੂੰ ਆਖੇ ਸੀ ਕਿ ਪੁੱਤਰ ਦੇ ਘਰ ਦੇ ਵਿੱਚ ਜਨਮ ਹੋਇਆ, ਖੁਸ਼ੀਆਂ ਦਾ ਮਾਹੌਲ ਹੈ, ਘਰ ਦੇ ਵਿੱਚ ਸਰਾਧ ਕਰਾਉਣਾ ਪਵੇਗਾ। ਤੇ ਫਿਰ ਨਾਲ ਹੀ ਮਹਿਤਾ ਕਾਲੂਦਾਸ ਜੀ ਆਖਦੇ ਨੇ ਕਿ ਬੱਚੇ ਦਾ ਨਾਮਕਰਨ ਕੀਤਾ ਜਾਵੇਗਾ, ਤੁਸੀਂ ਕੋਈ ਚੰਗਾ ਜਿਹਾ ਨਾਮ, ਕੋਈ ਵਿਚਾਰ ਕੇ ਚੰਗਾ ਅੱਖਰ ਸਾਨੂੰ ਦੱਸੋ ਤਾਂ ਜੋ ਅਸੀਂ ਬੱਚੇ ਦਾ ਨਾਮਕਰਨ ਕਰੀਏ। ਪਰ ਜਦੋਂ ਅਸੀਂ ਅੱਜ ਦੇ ਹਾਲਾਤਾਂ ਦੇ ਵਿੱਚ ਜੋ ਸਾਡੀ ਸਿੱਖ ਮਤ ਦੀ ਵਿਚਾਰਧਾਰਾ ਹੈ, ਜਾਂ ਸ਼੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਜੋ ਸਾਡੀ ਸਿੱਖ ਰਹਿਤ ਮਰਿਆਦਾ ਪ੍ਰਚਲਿਤ ਹੈ, ਇਹਨਾਂ ਦੋਵਾਂ ਸੰਸਥਾਵਾਂ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ, ਉਸ ਦੇ ਮੁਤਾਬਕ ਜਿਹੜੇ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ, ਉਸ ਦੇ ਬਾਬਤ ਜੋ ਨਾਮ ਸੰਸਕਰਨ ਹੈ, ਤਾਂ ਉਸ ਮਰਿਆਦਾ ਦੇ ਅਨੁਸਾਰ ਇਹ ਆਖਿਆ ਗਿਆ ਕਿ ਜਦੋਂ ਮਾਂ ਅਤੇ ਬੱਚਾ ਸਰੀਰਕ ਤੌਰ ਦੇ ਉੱਤੇ ਹਾਜ਼ਰੀ ਭਰਨ ਯੋਗ ਹੋ ਜਾਣ, ਸਰੀਰਕ ਤੌਰ ਦੇ ਉੱਤੇ ਚੰਗੀ ਤਰ੍ਹਾਂ ਬਲਵਾਨ ਹੋ ਜਾਣ ਤੇ ਦਰਬਾਰ ਦੇ ਵਿੱਚ ਹਾਜ਼ਰੀ ਭਰ ਸਕਣ, ਸਤਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਕਰਕੇ, ਅਰਜ਼ੋਈ ਕਰਕੇ ਹੁਕਮਨਾਮਾ ਸਾਹਿਬ ਲਿਆ ਜਾਵੇ ਤੇ ਉਸ ਮੁਖਵਾਕ ਦੇ ਵਿੱਚ ਜਿਹੜਾ ਪਹਿਲਾ ਅੱਖਰ ਆਇਆ ਜਾਵੇਗਾ, ਉਸ ਦੇ ਮੁਤਾਬਕ ਬੱਚੇ ਦਾ ਨਾਮਕਰਨ ਕੀਤਾ ਜਾਵੇ। ਇਹ ਸਾਡੀ ਸਿੱਖ ਮਤ ਦੀ ਮਰਿਆਦਾ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦੇ ਬਾਬਤ ਇਹ ਪੰਡਿਤ ਜੀ ਮਹਿਤਾ ਕਾਲੂਦਾਸ ਜੀ ਨੂੰ ਕਹਿ ਰਹੇ ਨੇ। ਤੇ ਕਿਸੇ ਤਰੀਕੇ ਦੇ ਨਾਲ ਤੁਸੀਂ ਵਿਚਾਰ ਕਰੋ, ਅੱਖਰਾਂ ਦੀ ਸੋਧ ਕਰੋ, ਅੱਖਰਾਂ ਦੀ ਪੜਤਾਲ ਕਰੋ, ਅਸੀਂ ਬੱਚੇ ਦਾ ਨਾਮਕਰਨ ਕਰਨਾ ਹੈ। ਸੁਣ ਕਾਲੂ ਇਸ ਨਾਮੇ ਅਪਾਰਾ, ਹਉ ਰਾਖੋ ਕਰ ਸੋਧ ਵਿਚਾਰਾ। ਹੁਣ ਪੰਡਿਤ ਜੀ ਮਹਿਤਾ ਕਾਲੂਦਾਸ ਜੀ ਦੇ ਕੋਲੋਂ ਬਚਨ ਪ੍ਰਾਪਤ ਕਰਕੇ ਆਖਦੇ ਨੇ ਕਿ हे ਮਹਿਤਾ ਕਾਲੂਦਾਸ ਜੀ, ਤੁਸੀਂ ਸੁਣੋ, ਇਸ ਬੱਚੇ ਦੇ ਲਈ ਨਾ ਜਿਹੜਾ ਪੰਡਿਤ ਹਰਦਿਆਲ ਨੇ ਮਨ ਦੇ ਵਿੱਚ ਕਲਪਨਾ ਕਰ ਲਈ, ਮਨ ਦੇ ਵਿੱਚ ਇਹ ਮੰਨ ਕੇ ਵੀ ਇਹ ਕੋਈ ਅਵਤਾਰ ਹੈ, ਤਾਂ ਪੰਡਿਤ ਹਰਦਿਆਲ ਜੀ ਆਖਦੇ ਨੇ ਕਿ ਮਹਿਤਾ ਕਾਲੂਦਾਸ ਜੀ, ਤੁਸੀਂ ਕੋਈ ਸ਼ੰਕੇ ਦੇ ਵਿੱਚ ਨਾ ਰਹੋ, ਕੋਈ ਫਿਕਰ ਨਾ ਕਰੋ, ਮੈਂ ਚੰਗੀ ਤਰ੍ਹਾਂ ਸੋਧ ਪੜਤਾਲ ਕਰਕੇ, ਚੰਗੀ ਤਰ੍ਹਾਂ ਸੋਧ ਕੇ, ਚੰਗੀ ਤਰ੍ਹਾਂ ਵਿਚਾਰ ਕੇ ਮੈਂ ਆਪ ਇਸ ਬੱਚੇ ਦਾ ਨਾਮ ਰੱਖਾਂਗਾ। ਵਿਚਾਰ ਕੇ ਜਿਹੋ ਜਿਹਾ ਅੱਖਰ ਮੈਨੂੰ ਚੰਗਾ ਲੱਗੇਗਾ ਮੈਂ ਤੁਹਾਨੂੰ ਦੱਸ ਦਵਾਂਗਾ।
ਆਪਣੇ ਚ ਕੁਲ ਕੀ ਕੀਜਹਿ ਚਾਲੀ, ਜੋ ਜਾਚੇ ਤੇ ਭੇਜ ਨਾ ਖਾਲੀ। ਤੇ ਪੰਡਿਤ ਜੀ ਆਖਦੇ ਨੇ ਕਿ ਜਿਹੜੀਆਂ ਵੀ ਤੁਹਾਡੀ ਕੁਲ ਦੀਆਂ, ਤੁਹਾਡੀ ਬਰਾਦਰੀ ਦੀਆਂ ਜੋ ਵੀ ਰਸਮਾਂ ਨੇ, ਜੋ ਵੀ ਰੀਤੀ ਰਿਵਾਜ ਨੇ, ਤੁਸੀਂ ਉਹਨਾਂ ਦੇ ਅਨੁਸਾਰ ਚਲੋ। ਜਿਹੜਾ ਵੀ ਤੁਹਾਡੇ ਘਰ ਦੇ ਵਿੱਚ ਇਸ ਖੁਸ਼ੀਆਂ ਦੇ ਮੌਕੇ ਦੇ ਉੱਤੇ ਲੋੜਵੰਦ ਆਉਂਦਾ ਹੈ ਨਾ, ਉਹ ਤੁਹਾਡੇ ਕੋਲ ਕੁਝ ਜੇਕਰ ਮੰਗਦਾ, ਉਸ ਨੂੰ ਖਾਲੀ ਨਾ ਤੋੜੋ। ਉਸ ਦੀ ਇੱਛਾ ਦੇ ਅਨੁਸਾਰ ਉਸ ਦੀ ਲੋੜ ਪੂਰੀ ਕਰੋ। ਮੌਕੇ ਦੇ ਪਟਵਾਰੀ ਨੇ ਮਹਿਤਾ ਕਾਲੂ ਦਾਸ ਜੀ, ਪੰਡਿਤ ਜੀ ਵੀ ਜਾਣਦੇ ਨੇ, ਤੇ ਘਰ ਦੇ ਵਿੱਚ ਧਨ ਦੌਲਤ ਵੀ ਹੈ, ਚੰਗਾ ਕਾਰ ਵਿਹਾਰ ਹੈ, ਤੇ ਇਸ ਦੇ ਪ੍ਰਥਾਏ ਪੰਡਿਤ ਜੀ ਆਖਦੇ ਨੇ ਵੀ ਕਿਸੇ ਨੂੰ ਖਾਲੀ ਹੱਥ ਨਹੀਂ ਮੋੜਨਾ। ਤੁਹਾਡੀ ਪੁਕਾਰ ਵੀ ਸੁਣੀ ਗਈ, ਮਾਲਕ ਦਾ ਸ਼ੁਕਰਾਨਾ ਵੀ ਕਰਨਾ ਹੈ, ਨਾਲ ਦੀ ਨਾਲ ਜੇਕਰ ਕੋਈ ਲੋੜਵੰਦ ਵੀ ਆਉਂਦਾ ਹੈ ਨਾ, ਉਸ ਲੋੜਵੰਦ ਦੀ ਵੀ ਮਦਦ ਕੀਤੀ ਜਾਵੇ। ਦੋਹਰਾ ਇਹ ਬਿਦ ਕਹਿ ਤਿਜ ਵਰ ਗਇਓ, ਜੋਤਿਸ਼ ਕਰਤ ਵਿਚਾਰ, ਦਰ ਪਰ ਤੋਰਨ ਸੁੰਦਰਨ, ਬਾਂਧਤ ਹਰਖਿ ਅਪਾਰ। ਕਹਿੰਦੇ ਵੀ ਇਸ ਤਰ੍ਹਾਂ ਸਾਰੀ ਵਿਚਾਰ ਜਦੋਂ ਸੰਪੂਰਨ ਹੋ ਗਈ ਨਾ, ਤੇ ਬ੍ਰਾਹਮਣ ਜੀ, ਪੰਡਿਤ ਜੀ ਆਪਣੀ ਜੋਤਿਸ਼ ਦੀ ਵਿਦਿਆ ਜਿਹੜੀ ਸੀ ਉਹ ਵਿਚਾਰ ਕਰਦੇ ਉੱਥੋਂ ਚਾਲੇ ਪਾ ਗਏ, ਘਰ ਦੇ ਵਿੱਚੋਂ ਚਲੇ ਗਏ। ਤੇ ਫਿਰ ਅੱਗੇ ਆਖਦੇ ਨੇ, ਦਰ ਪਰ ਤੋਰਨ ਸੁੰਦਰੰਗ, ਬਾਂਧਤ ਹਰਖ ਅਪਾਰ, ਕਿ ਘਰ ਦੇ ਦਰਵਾਜ਼ੇ ਦੇ ਉੱਤੇ ਧਾਗੇ ਦੇ ਨਾਲ ਕੁਝ ਪੱਤੇ ਬੰਨ੍ਹ ਦਿੱਤੇ। ਆਮ ਤੌਰ ਉੱਤੇ ਅੱਜ ਵੀ ਅਸੀਂ ਕਈ ਪਿੰਡਾਂ ਦੇ ਵਿੱਚ ਇਹ ਰੀਤ ਦੇਖਦੇ ਹਾਂ, ਜਦੋਂ ਘਰ ਦੇ ਵਿੱਚ ਕੋਈ ਵਿਆਹ ਆਉਂਦਾ, ਖੁਸ਼ੀ ਦਾ ਮੌਕਾ ਆਉਂਦਾ, ਜਾਂ ਬੱਚੇ ਦਾ ਜਨਮ ਹੁੰਦਾ, ਖਾਸ ਕਰਕੇ ਲੜਕੇ ਦਾ, ਤਾਂ ਘਰ ਦੇ ਵਿੱਚ ਧਾਗੇ ਦੇ ਨਾਲ ਨਿੰਮ ਦੇ ਪੱਤੇ ਬੰਨ੍ਹ ਦਿੱਤੇ ਜਾਂਦੇ। ਇਸ ਨੂੰ ਸ਼ਗਨ ਸਮਝਦੇ ਨੇ ਅੱਜ ਵੀ ਕਈ ਪਿੰਡਾਂ ਦੇ ਵਿੱਚ। ਤੁਸੀਂ ਪੰਜਾਬ ਦੀ ਧਰਤੀ ਦੇ ਉੱਤੇ ਚਲੇ ਜਾਓ, ਇਹੋ ਜਿਹੇ ਮੌਕਿਆਂ ਦੇ ਉੱਤੇ ਤੁਹਾਨੂੰ ਆਮ ਮਿਲ ਜਾਂਦਾ। ਜਾਂ ਵਿਆਹ ਦੇ ਮੌਕੇ ਦੇ ਉੱਤੇ ਜਦੋਂ ਕੋਈ ਨਾਨਕੀ ਛੱਕ ਆਉਂਦੀ, ਤਾਂ ਨਾਨਕਾ ਮੇਰੇ ਨਾਲ ਨਿੰਮ ਦੇ ਪੱਤੇ ਲੈ ਕੇ ਆਉਂਦਾ, ਤੇ ਉਹ ਦਰਵਾਜ਼ੇ ਦੇ ਉੱਤੇ ਉਹ ਨਿੰਮ ਦੇ ਪੱਤੇ ਜਿਹੜੇ ਨੇ ਰੱਖ ਦਿੱਤੇ ਜਾਂਦੇ ਨੇ। ਤੇ ਇਸੇ ਤਰ੍ਹਾਂ ਕਹਿੰਦੇ ਨੇ ਕਿ ਜਦੋਂ ਪੰਡਿਤ ਜੀ ਉੱਥੋਂ ਚਲੇ ਗਏ, ਤੇ ਉਹਨਾਂ ਦੇ ਘਰ ਦੇ ਦਰਵਾਜ਼ੇ ਦੇ ਉੱਤੇ ਧਾਗੇ ਦੇ ਨਾਲ ਜਿਹੜੇ ਸੀ ਪੱਤੇ ਜਿਹੜੇ ਪਰੋ ਕੇ ਸਿਹਰੇ ਦੇ ਰੂਪ ਦੇ ਵਿੱਚ ਬੰਨ੍ਹ ਦਿੱਤੇ, ਤੇ ਅਪਾਰ ਖੁਸ਼ੀਆਂ ਉਹਨਾਂ ਦੇ ਘਰ ਦੇ ਵਿੱਚ ਮਨਾਈਆਂ ਗਈਆਂ। ਚੌਪਈ ਆਵੇ ਦਰਬੋ ਜਾਚਕ ਜਾਚੇ, ਤਾਲਨ ਪੂਰ ਕਲੀਬ ਸੁਣ ਨਾਚੇ। ਕਹਿੰਦੇ ਘਰ ਵਿੱਚ ਬਹੁਤ ਮੰਗਣ ਵਾਲੇ ਉਹਨਾਂ ਦੇ ਘਰ ਦੇ ਵਿੱਚ ਆਉਣੇ ਸ਼ੁਰੂ ਹੋ ਗਏ। ਜਿਹੜੇ ਮੰਗਣ ਵਾਲੇ ਸੀ, ਲੋੜਵੰਦ ਸੀ, ਉਹ ਸਾਰੇ ਹੀ ਵਧਾਈ ਲੈਣ ਦੀ ਖਾਤਰ ਮੰਗਣ ਦੇ ਲਈ ਪਟਵਾਰੀ ਜੀ ਦੇ ਘਰ, ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਪਹੁੰਚਦੇ ਨੇ। ਤਾਲਣ ਦਾ ਭਾਵ ਹੁੰਦਾ ਖੁਸਰੇ, ਵੀ ਜਿਹੜੇ ਮੰਗਣ ਵਾਲੇ ਨੇ ਆਪਣੀ ਪੂਰਤੀ ਦੇ ਲਈ ਜਿਹੜੇ ਤਾਲੀਆਂ ਵਜਾ ਕੇ ਨੱਚਦੇ ਨੇ, ਉਹ ਵੀ ਉਹਨਾਂ ਦੇ ਘਰ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ। ਢੋਲਕ ਢਲਕਾ ਘੁੰਗਰੂ ਤਾਲੀ, ਤਾਲ ਮਿਲਾਵੇ ਲੈ ਭਵਾਲੀ। ਢੋਲਕ ਦਾ ਭਾਵ ਢੋਲ, ਟਲਕਾ ਦਾ ਭਾਵ ਟੱਲੀਆਂ, ਘੁੰਗਰੂ ਤੇ ਤਾਲੀ। ਤੇ ਜਿਹੜੇ ਇਹ ਸਾਰੇ ਵੀ ਸਾਜ਼ ਨੇ, ਢੋਲਕ ਹੋ ਗਏ, ਟੱਲੀਆਂ ਹੋ ਗਈ, ਘੁੰਗਰੂ ਹੋ ਗਏ, ਇਹ ਸਾਰਾ ਕੁਝ ਵਜਾ ਕੇ ਤਾਲ ਮਿਲਾਵੇ ਲਹਿ ਭਵਾਲੀ, ਕਿ ਤਾਲ ਮਿਲਾਉਂਦੇ ਨੇ ਤੇ ਆਪਸ ਦੇ ਵਿੱਚ ਨੱਚ ਕੇ ਉਹ ਖੁਸ਼ੀ ਦਾ ਜ਼ਾਹਰ ਕਰਦੇ ਨੇ, ਖੁਸ਼ੀ ਮਨਾਉਂਦੇ ਨੇ। ਗਾਵੇ ਗੀਤ ਮਧੁਰ ਧੁਨ ਤਾਰੀ, ਦੇਹ ਸੁਹਾਤੀ ਸੁੰਦਰ ਗਾਰੀ। ਕਿ ਘਰ ਦੇ ਵਿੱਚ ਮਿੱਠੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਨੇ। ਬੱਚੇ ਦਾ ਜਨਮ ਹੋਇਆ, ਲੜਕੇ ਦਾ ਜਨਮ ਹੋਇਆ, ਪੁੱਤਰ ਦਾ ਜਨਮ ਹੋਇਆ, ਤੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੇ ਇਲਾਕਾ ਨਿਵਾਸੀ ਵੀ ਇਕੱਠੇ ਹੋ ਗਏ, ਤੇ ਘਰ ਦੇ ਵਿੱਚ ਖੁਸ਼ੀਆਂ ਭਰਿਆ ਮਾਹੌਲ ਹੈ। ਤੇ ਕਹਿੰਦੇ ਮਿੱਠੀ ਆਵਾਜ਼ ਦੇ ਵਿੱਚ ਗੀਤ ਗਾਏ ਜਾਂਦੇ ਨੇ ਖੁਸ਼ੀ ਦੇ। ਦੇਹ ਸੁਹਾਤੀ ਸੁੰਦਰ ਗਾਰੀ, ਕਿ ਇਸਤਰੀਆਂ ਸੁਖਦਾਇਕ ਅਤੇ ਸੁੰਦਰ ਜਿਹੜੀਆਂ ਨੇ ਸਿੱਠਣੀਆਂ ਗਾਉਂਦੀਆਂ ਨੇ। ਅੱਜ ਵੀ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਨੇ ਨਾ, ਬਜ਼ੁਰਗ ਮਾਤਾਵਾਂ ਘਰਾਂ ਦੇ ਵਿੱਚ ਆਮ ਤੌਰ ਦੇ ਉੱਤੇ ਤੁਸੀਂ ਕਿਤੇ ਬਜ਼ੁਰਗਾਂ ਦੇ ਕੋਲ ਬੈਠ ਕੇ ਇਹ ਗੱਲਾਂ ਸੁਣੋਗੇ ਨਾ, ਜਿਹੜੀ ਵਡੇਰੇ ਉਮਰ ਦੇ ਨੇ, ਸਿੱਠਣੀਆਂ, ਘੋੜੀਆਂ ਆਦਿ, ਇਹ ਜਿਹੜੇ ਲੋਕ ਗੀਤ ਨੇ ਉਹ ਆਮ ਵੀ ਅੱਜ ਹੀ ਘਰਾਂ ਦੇ ਵਿੱਚ ਗਾਉਂਦੇ ਨੇ। ਤੇ ਕਹਿੰਦੇ ਉਹ ਸੁੰਦਰ ਇਸਤਰੀਆਂ ਉਹ ਘਰਾਂ ਦੇ ਵਿੱਚ ਇਕੱਠੀਆਂ ਹੋਈਆਂ ਸਨ, ਤੇ ਘਰ ਦੇ ਵਿੱਚ ਇਕੱਠੀਆਂ ਹੋ ਕੇ ਸੁੰਦਰ ਅਤੇ ਖੁਸ਼ੀ ਭਰੇ ਮਾਹੌਲ ਦੇ ਉੱਤੇ ਇਹ ਜਿਹੜੀਆਂ ਸਿੱਠਣੀਆਂ ਦਾ ਗੀਤ ਨੇ ਇਹ ਗਾਉਣੇ ਸ਼ੁਰੂ ਕਰ ਦਿੱਤੇ। ਸਭੇ ਸ਼ਰੀਕਨ ਮਿਲ ਕਰ ਆਈ, ਭੂਖਣ ਬਸਨ ਤਰੇ ਸ਼ਬ ਸ਼ਾਈ। ਤੇ ਜਿਹੜੇ ਸਾਰੇ ਸ਼ਰੀਕੇ ਦੇ ਭਾਈਚਾਰੇ ਦੇ ਲੋਕ ਸਨ, ਉਹ ਸਾਰੀਆਂ ਇਸਤਰੀਆਂ ਉਹ ਮਿਲ ਕੇ ਉੱਥੇ ਆ ਕੇ ਮਹਿਤਾ ਕਾਲੂ ਦਾਸ ਜੀ ਦੇ ਘਰ ਦੇ ਵਿੱਚ ਵਿਰਾਜਮਾਨ ਹੁੰਦੇ। ਭੂਖਣ ਬਸਨ ਤਰੇ ਸ਼ਬ ਸ਼ਾਈ, ਕਿ ਸਾਰਿਆਂ ਨੇ
ਬਹੁਤ ਸੋਹਣੇ ਵਸਤਰ ਪਹਿਨੇ ਨੇ, ਬਹੁਤ ਸੋਹਣੇ ਕੱਪੜੇ ਪਹਿਨੇ ਨੇ ਤੇ ਦੇਖਣ ਦੇ ਵਿੱਚ ਬਹੁਤ ਵਧੀਆ ਮਾਹੌਲ ਉਸ ਘਰ ਦਾ ਵਿੱਚ ਖੁਸ਼ੀਆਂ ਭਰਿਆ ਮਾਹੌਲ ਜਿਹੜਾ ਹੈ ਬਣਿਆ ਹੋਇਆ ਹੈ। ਗਜ ਗਾਵਨ ਕੈ ਖੰਜਨ ਨੈਣੀ, ਨਾਗਰ ਗੀਤ ਗਾਏ ਪਿਕ ਬੈਣੀ। ਤੇ ਕਹਿੰਦੇ ਨੇ ਕਿ ਜਿਹੜੀਆਂ ਇਸਤਰੀਆਂ ਨੇ ਨਾ, ਕੋਇਲ ਵਾਂਗੂ ਸੁਰੀਲੀ ਆਵਾਜ਼ ਦੇ ਵਿੱਚ, ਉਹ ਮਿੱਠੀ ਆਵਾਜ਼ ਦੇ ਵਿੱਚ ਖੁਸ਼ੀ ਦੇ ਗੀਤ ਗਾ ਰਹੀਆਂ ਨੇ। ਬਰਨ ਬਰਨ ਪਟ ਪਹਿਰ ਨਵੀਨਾ, ਕੱਟ ਜਿਨ ਸੀਨ ਰੋਜਨ ਪੀਨਾ। ਤੇ ਕਹਿੰਦੇ ਵੀ ਰੰਗ ਬਰੰਗੇ ਉਹਨਾਂ ਨੇ ਕੱਪੜੇ ਪਹਿਨੇ ਹੋਏ ਨੇ। ਖੁਸ਼ੀ ਦੇ ਮੌਕੇ ਦੇ ਉੱਤੇ ਪੂਰਾ ਸਜ ਧੱਜ ਕੇ ਉਹਨਾਂ ਦੇ ਘਰ ਦੇ ਵਿੱਚ ਪਹੁੰਚੀਆਂ ਨੇ। ਅਲੰਕਾਰ ਨਗ ਕੰਚਨ ਪੀਨੇ, ਕਰਨ ਪੂਰਬਰ ਬੇਸਰ ਕੀਨੇ। ਅਲੰਕਾਰ ਕਹਿੰਦੇ ਨੇ ਸੋਨੇ ਦੇ ਗਹਿਣਿਆਂ ਨੂੰ। ਨਗ ਕਹਿੰਦੇ ਵੀ ਜਿਹੜੇ ਵੀ ਅਲੰਕਾਰ ਪਹਿਨੇ ਨੇ, ਜਿਹੜੇ ਵੀ ਨਗ ਪਹਿਨੇ ਨੇ, ਉਹਨਾਂ ਨੇ ਗਹਿਣੇ ਪਹਿਨੇ ਨੇ, ਉਹ ਸਾਰੇ ਸੋਨੇ ਦੇ ਨੇ। ਉਹਨਾਂ ਦੇ ਵਿੱਚ ਕਰਨਪੂਰ ਭਾਵ ਕੰਨਾਂ ਦੀਆਂ ਵਾਲੀਆਂ, ਨੱਥਾਂ ਤੇ ਬਹੁਤ ਕਹਿੰਦੇ ਬਹੁਤ ਵਧੀਆ ਲੱਗ ਰਹੀਆਂ ਨੇ। ਸ਼ੁਦਰ ਕਟੰਕਾ ਅੰਗਦ ਕੰਗਣ, ਸ਼ਬਦ ਕਰੇ ਜੇ ਪਹਿਰੇ ਅੰਗਨ। ਕਿ ਕਹਿੰਦੇ ਜਿਹੜੇ ਉਹਨਾਂ ਹੱਥਾਂ ਦੇ ਵਿੱਚ ਚੂੜੀਆਂ ਪਹਿਨੀਆਂ ਨੇ ਜਾਂ ਘੁੰਗਰੂ ਵਾਲੇ ਜਿਹੜੇ ਵੀ ਸਾਜ਼ ਉਹਨਾਂ ਆਪਣੇ ਹੱਥਾਂ ਦੇ ਵਿੱਚ ਸ਼ਿੰਗਾਰ ਦੇ ਜਿਹੜੇ ਵੀ ਗਹਿਣੇ ਪਹਿਨੇ ਨੇ, ਉਹ ਕਹਿੰਦੇ ਵੀ ਜਿਸ ਤਰ੍ਹਾਂ ਉਹ ਨਾਲ ਨਾਲ ਗੀਤ ਗਾਉਂਦੀਆਂ ਨੇ ਨਾ, ਤਾਂ ਉਹਨਾਂ ਘੁੰਗਰੂਆਂ ਦੀ ਆਵਾਜ਼ ਦੇ ਨਾਲ ਉਹ ਗੀਤ ਹੋਰ ਮਿੱਠੇ ਲੱਗ ਰਹੇ ਨੇ, ਉਹ ਗੀਤ ਹੋਰ ਸੋਹਣੇ ਲੱਗਦੇ ਨੇ। ਚੋਪਈ ਭਈ ਭੁਨ ਮੈਂ ਭਾਰੀ ਪੀਰਾ, ਭੀ ਉਸ਼ਾਹ ਕੀ ਧੁਨੀ ਗੰਭੀਰਾ। ਭੌਣ ਦਾ ਭਾਵ ਹੈ ਘਰ। ਕਿ ਕਹਿੰਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਭੀੜ ਲੱਗੀ ਹੋਈ ਲੋਕਾਂ ਦੀ ਆਣ ਜਾਣ, ਖੁਸ਼ੀਆਂ ਦਾ ਵਧਾਈ ਦੇਣ ਦੇ ਲਈ, ਮੰਗਣ ਦੇ ਲਈ, ਘਰ ਦੇ ਵਿੱਚ ਗੀਤ ਗਾਉਣ ਦੇ ਲਈ ਜਿੰਨੇ ਵੀ ਲੋਕ ਇਕੱਠੇ ਹੋਏ ਨੇ। ਕਿ ਕਹਿੰਦੇ ਘਰ ਦੇ ਵਿੱਚ ਬਹੁਤ ਭੀੜ ਲੱਗੀ ਹੋਈ ਤੇ ਘਰ ਦੇ ਵਿੱਚ ਭੀ ਉਸ਼ਾਹ ਕੀ ਧੁਨੀ ਗੰਭੀਰਾ। ਉਤਸ਼ਾਹ ਭਾਵ ਖੁਸ਼ੀਆਂ ਦੀਆਂ ਆਵਾਜ਼ਾਂ ਹੀ ਘਰ ਦੇ ਵਿੱਚੋਂ ਗੂੰਜ ਰਹੀਆਂ ਨੇ। ਕਪਟ ਬੇਸ ਜੈ ਦੇਵ ਭਤੂਟੀ, ਗਾਵੇ ਮਨੋ ਜਗਤ ਸੁਖ ਲੂਟੀ। ਕਿ ਕਹਿੰਦੇ ਜਿਹੜੀਆਂ ਉਹਨਾਂ ਦੇ ਘਰ ਦੇ ਵਿੱਚ ਇਸਤਰੀਆਂ ਆਈਆਂ ਨੇ ਨਾ, ਜਿਹੜੇ ਸ਼ਰੀਕੇ ਭਾਈਚਾਰੇ ਦੇ ਲੋਕ ਆ ਰਹੇ ਨੇ, ਤਾਂ ਕਹਿੰਦੇ ਉਹਨਾਂ ਨੂੰ ਦੇਖਣ ਨੂੰ ਇਉਂ ਪ੍ਰਤੀਤ ਹੁੰਦਾ ਵੀ ਉਹਨਾਂ ਦੀ ਸਜਾਵਟ ਦੇਖ ਕੇ ਜਿਸ ਤਰ੍ਹਾਂ ਉਹ ਸਜ ਧਜ ਕੇ ਆਈਆਂ ਨੇ ਵੀ ਕਿਸੇ ਦੇਵਤਿਆਂ ਦੀਆਂ ਔਰਤਾਂ ਹੋਣ। ਤੇ ਜਿਸ ਤਰ੍ਹਾਂ ਕਹਿੰਦੇ ਨੇ ਅਪਸਰਾ ਆਪ ਆ ਕੇ ਉੱਥੇ ਉਹਨਾਂ ਦੇ ਘਰ ਦੇ ਵਿੱਚ ਵਿਰਾਜਮਾਨ ਹੋ ਗਿਆ ਨੇ। ਤੇ ਇੱਥੇ ਕਵੀ ਜੀ ਉਹ ਅਲੰਕਾਰ ਬੰਨਦੇ ਨੇ। ਕਾਲੂ ਆਲਿਆ ਮੰਗਲ ਸਾਜੇ, ਦਰ ਪਰ ਲਗਨ ਨਿਸ਼ਾਨ ਸੁਭ ਬਾਜੇ। ਮਹਿਤਾ ਕਾਲੂ ਦਾਸ ਜੀ, ਆਲਿਆ ਦਾ ਭਾਵ ਹੁੰਦਾ ਘਰ, ਮੰਗਲ ਦਾ ਭਾਵ ਹੁੰਦਾ ਖੁਸ਼ੀਆਂ। ਤੇ ਮਹਿਤਾ ਕਾਲੂ ਦਾਸ ਜੀ ਦਾ ਕਹਿੰਦੇ ਜਿਹੜਾ ਘਰ ਸੀ ਨਾ, ਉਹ ਖੁਸ਼ੀਆਂ ਖੇੜਿਆਂ ਦੇ ਨਾਲ ਭਰਿਆ ਪਿਆ ਹੈ। ਦਰ ਪਰ ਲਗ ਨਿਸ਼ਾਨ ਸ਼ੁਭ ਬਾਜੇ। ਕਿ ਘਰ ਦੇ ਵਿੱਚ ਛੋਟੇ ਨਗਾਰੇ ਸੁੰਦਰ ਢੰਗ ਦੇ ਨਾਲ ਜਿਹੜੇ ਨੇ ਉਹ ਵੱਜਦੇ ਨੇ। ਢਾਡੀ ਪਾਟ ਜੋ ਮੰਗਣ ਹਾਰੇ, ਪਾਏ ਦਰਬ ਕੋ ਗੁਣਨ ਉਚਾਵੇ। ਤੇ ਜਿਹੜੇ ਘਰਾਂ ਦੇ ਵਿੱਚ ਮੰਗਣ ਵਾਲੇ ਆਉਂਦੇ ਨੇ, ਭੱਟ ਆ ਰਹੇ ਨੇ, ਢਾਡੀ ਆ ਰਹੇ ਨੇ, ਜਾਂ ਹੋਰ ਜਿੰਨੇ ਵੀ ਮੰਗਣ ਵਾਲੇ ਨੇ, ਉਹ ਧਨ ਪ੍ਰਾਪਤ ਕਰਕੇ ਆਪਣੀ ਲੋੜਵੰਦ ਜਿਹੜੀ ਸੀ ਲੋੜ ਸੀ ਉਹ ਚੀਜ਼ਾਂ ਪ੍ਰਾਪਤ ਕਰਕੇ ਜਿੱਥੇ ਉਹ ਮਹਿਤਾ ਕਾਲੂ ਦਾਸ ਜੀ ਨੂੰ ਅਸੀਸਾਂ ਦਿੰਦੇ ਨੇ ਤੇ ਖੁਸ਼ੀ ਖੁਸ਼ੀ ਉਸ ਘਰ ਦੇ ਵਿੱਚੋਂ ਅਸੀਸਾਂ ਦੇ ਕੇ ਆਪਣੀ ਲੋੜ ਦੇ ਅਨੁਸਾਰ ਚੀਜ਼ਾਂ ਪ੍ਰਾਪਤ ਕਰਕੇ ਖੁਸ਼ੀ ਦੇ ਨਾਲ ਉੱਥੋਂ ਜਾ ਰਹੇ ਨੇ। ਨਰ ਨਾਰੀ ਬਹੁ ਦੇਤ ਵਧਾਈ, ਦਰ ਪਰ ਭੀਰ ਭਰੀ ਅਧਿਕਾਈ। ਕਹਿੰਦੇ ਵੀ ਸਾਰੇ ਨਰ ਨਾਰੀਆਂ, ਇਸਤਰੀਆਂ, ਮਨੁੱਖ, ਪੁਰਸ਼ ਸਾਰੇ ਹੀ ਸਾਰੇ ਉਹਨਾਂ ਦੇ ਘਰ ਦੇ ਵਿੱਚ ਆ ਕੇ ਮਹਿਤਾ ਕਾਲੂ ਦਾਸ ਜੀ ਨੂੰ, ਮਾਤਾ ਤ੍ਰਿਪਤਾ ਜੀ ਨੂੰ ਤੇ ਭਾਈ ਲਾਲੂ ਜੀ ਨੂੰ ਸਾਰਿਆਂ ਨੂੰ ਹੀ ਵਧਾਈਆਂ ਦਿੰਦੇ ਨੇ ਵੀ ਤੁਹਾਡੇ ਦੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ। ਤੇ ਕਹਿੰਦੇ ਦਰ ਪਰ ਭੀੜ ਭਰੀ ਅਧਿਕਾਈ, ਕਿ ਦਰਵਾਜ਼ੇ ਉੱਤੇ ਬਹੁਤ ਭੀੜ ਲੱਗੀ ਹੋਈ ਹੈ। ਦੇਨੋ ਉਚਿਤ ਲਖਿਓ ਜੋ ਜੈਸਾ, ਦੇਤ ਪਿਓ ਕਾਲੂ ਤਿਨ ਤੈਸਾ। ਕਿ ਕਹਿੰਦੇ ਵੀ ਜਿਹੜਾ ਵੀ ਆ ਕੇ ਮੰਗਦਾ ਹੈ ਨਾ, ਉੱਥੇ ਆ ਕੇ ਜਿਹੜੀ ਚੀਜ਼ ਵੀ ਮੰਗਦਾ, ਮਹਿਤਾ ਕਾਲੂ ਦਾਸ ਜੀ ਬਿਨਾਂ ਕਿਸੇ ਸ਼ੰਕੇ ਤੋਂ, ਬਿਨਾਂ ਕਿਸੇ ਦੁਵਿਧਾ ਤੋਂ ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਿੰਦੇ ਨੇ। ਉਹ ਸਭ ਕੁਝ ਹੀ ਮਹਿਤਾ ਕਾਲੂ ਦਾਸ ਜੀ ਨਾ ਮੰਗਣ ਵਾਲਿਆਂ ਨੂੰ ਦੇ ਰਹੇ ਨੇ। ਦੋਹਰਾ
ਕਾਲੂ ਤਬ ਸਭ ਵਿਦ ਕਰੀ ਜੋ ਬੇਦੀ ਕੁਲ ਰੀਤ ਨਰ ਨਾਰੀ ਕੀਰਤ ਕਰਤ ਪੁਰ ਮੈਂ ਪਰਮ ਪੁਨੀਤ। ਤੇ ਕਹਿੰਦੇ ਮਹਿਤਾ ਕਾਲੂ ਦਾਸ ਜੀ ਨੇ ਜਿਹੜੀ ਬੇਦੀ ਕੁਲ ਦੀ ਰੀਤ ਚੱਲੀ ਆ ਰਹੀ ਸੀ ਨਾ, ਜੋ ਉਹਨਾਂ ਦੀਆਂ ਵੰਸ਼ ਦੀਆਂ ਪਰੰਪਰਾਵਾਂ ਸਨ, ਜੋ ਰੀਤੀ ਰਿਵਾਜ ਸਨ, ਉਹ ਸਾਰੇ ਦੇ ਸਾਰੇ ਮਹਿਤਾ ਕਾਲੂ ਦਾਸ ਜੀ ਨੇ ਸੰਪੂਰਨ ਕੀਤੇ। ਨਰ ਨਾਰੀ ਕੀਰਤ ਕਰਤ ਪੁਰ ਮੈਂ ਪਰਮ ਪੁਨੀਤ, ਕਿ ਜਿਹੜੇ ਨਗਰ ਦੇ ਸਾਰੇ ਇਸਤਰੀਆਂ ਪੁਰਸ਼ ਸਨ ਉਹ ਸਾਰੇ ਹੀ ਪਵਿੱਤਰ ਜਿਹੜੀ ਪਰਮ ਪਵਿੱਤਰ ਕਿਰਤੀ ਕਰ ਰਹੇ ਨੇ, ਭਾਵ ਉਹਨਾਂ ਦੀ ਸ਼ੋਭਾ ਕਰਦੇ ਨੇ। ਮਹਿਤਾ ਕਾਲੂ ਦਾਸ ਜੀ ਕਿਸ ਤਰ੍ਹਾਂ ਲੋੜਵੰਦਾਂ ਦੀ ਮਦਦ ਕਰਦੇ ਨੇ, ਇਹ ਸਾਰਾ ਕੁਝ ਦੇਖ ਕੇ ਆਪਣੇ ਮੁਖ ਤੋਂ ਸਾਰੇ ਇਲਾਕੇ ਦੇ ਲੋਕ ਉਹਨਾਂ ਦੀ ਸ਼ੋਭਾ ਕਰਦੇ ਨੇ। ਚੋਪਈ ਬਹੁਤ ਨਾੜ ਕੇ ਸੁਤ ਜਨ ਮਾਹੀ ਅਸ ਉਤਸਵ ਕੀਨੋ ਕਿਸ ਨਾਹੀ। ਤੇ ਹੁਣ ਆਪਸ ਦੇ ਵਿੱਚ ਨਾ ਉਹ ਜਿਹੜੇ ਸ਼ਰੀਕੇ ਭਾਈਚਾਰੇ ਦੇ ਲੋਕ ਇਕੱਠੇ ਹੋਏ ਨੇ, ਜਾਂ ਤਲਵੰਡੀ ਦੇ ਲੋਕ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਇਕੱਠੇ ਹੋਏ ਨੇ ਨਾ, ਆਪਸ ਦੇ ਵਿੱਚ ਹੁਣ ਗੱਲਾਂ ਬਾਤਾਂ ਕਰਦੇ ਨੇ। ਕਹਿੰਦੇ ਦੁਨੀਆ ਦੇ ਉੱਤੇ ਬਹੁਤ ਧਨਾੜ ਲੋਕ ਦੇਖੇ ਨੇ, ਬਹੁਤ ਅਮੀਰ ਲੋਕ ਦੇਖੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਪੁੱਤਰ ਜਨਮ ਲੈਂਦੇ ਨੇ ਜਾਂ ਖੁਸ਼ੀਆਂ ਭਰਿਆ ਮੌਕਾ ਆਉਂਦਾ, ਪਰ ਕਿਸੇ ਨੇ ਵੀ ਇਸ ਤਰ੍ਹਾਂ ਕਿਸੇ ਦਾ ਵੀ ਜਾਣ ਕੇ ਭਲਾ ਨਹੀਂ ਕੀਤਾ। ਜੇ ਹੋ ਜਿਹਾ ਕੋਈ ਮੰਗਦਾ, ਕੋਈ ਧਨ ਦੀ ਪ੍ਰਾਪਤੀ ਲਈ ਆ ਰਿਹਾ, ਕੋਈ ਕੱਪੜੇ ਮੰਗਦਾ, ਉਹ ਸਾਰਾ ਕੁਝ ਮਹਿਤਾ ਕਾਲੂ ਦਾਸ ਜੀ ਦੇ ਰਹੇ ਨੇ। ਕਹਿੰਦੇ ਅੱਜ ਤੱਕ ਅਮੀਰ ਲੋਕਾਂ ਦੇ ਘਰ ਦੇ ਵਿੱਚ ਵੀ ਪੁੱਤਰ ਜੰਮੇ ਨੇ, ਪਰ ਇਹੋ ਜਿਹੜਾ ਸੀ ਵਿਲੱਖਣ ਉਤਸਵ ਸੀ, ਇਹ ਕਿਸੇ ਨੇ ਨਹੀਂ ਕੀਤਾ। ਅਸ ਉਤਸਵ ਕੀਨੋ ਕਿਸ ਨਾਹੀ, ਕਿ ਇਹੋ ਜਿਹਾ ਉਤਸ਼ਾਹ ਕਿਸੇ ਦੇ ਵਿੱਚ ਨਹੀਂ ਦੇਖਿਆ, ਤੇ ਇਹੋ ਜਿਹਾ ਉਤਸਵ, ਇਹੋ ਜਿਹਾ ਮਾਹੌਲ ਕਿਸੇ ਦੇ ਘਰ ਦੇ ਵਿੱਚ ਵੀ ਅਸੀਂ ਨਹੀਂ ਦੇਖਿਆ। ਕਹੈ ਪਰਸਪਰ ਮਿਲ ਨਰ ਨਾਰੀ ਜਨਮਿਓ ਸੁਤ ਕੋ ਕਰਮੁ ਜਾਰੀ। ਕਿ ਹੁਣ ਸਾਰੇ ਮਿਲ ਕੇ ਮਹਿਤਾ ਕਾਲੂ ਦਾਸ ਜੀ ਨੂੰ ਆਖਦੇ ਨੇ ਕਿ ਇਹ ਮਹਿਤਾ ਕਾਲੂ ਦਾਸ ਜੀ, ਤੁਹਾਡੇ ਘਰ ਦੇ ਵਿੱਚ ਨਾ ਕਿਸੇ ਉਜਲੇ ਅਤੇ ਉੱਤਮ ਭਾਗਾਂ ਵਾਲੇ ਪੁੱਤਰ ਨੇ ਜਨਮ ਲਿਆ ਹੈ, ਕਿ ਜਿਹਦੇ ਆਉਣ ਦੇ ਨਾਲ ਤੁਹਾਡਾ ਘਰ ਜਿਹੜਾ ਸੀ ਖੁਸ਼ੀਆਂ ਨਾਲ ਭਰ ਗਿਆ ਹੈ। ਖਸਤੀ ਕੀਨ ਭਲੇ ਕੁਲ ਚਾਲੀ ਪਾਏ ਸੂਪ ਮਹਿ ਬਰਖਤ ਸਾਲੀ। ਖਸ਼ਟੀ ਦਾ ਭਾਵ ਹੁੰਦਾ, ਖਸ਼ਟ ਦਾ ਭਾਵ ਹੁੰਦਾ ਛੇ, ਖੱਟ ਦਾ ਭਾਵ ਹੁੰਦਾ ਛੇ। ਕਹਿੰਦੇ ਕਿ ਜਦੋਂ ਬਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ 6 ਦਿਨਾਂ ਦੇ ਹੋ ਗਏ ਨਾ, ਭਾਵ ਉਦੋਂ ਛਟੀ ਦੀ ਰਸਮ ਮਨਾਈ ਗਈ। 6 ਦਿਨਾਂ ਦੀ ਜਿਹੜੀ ਉਹ ਬੇਦੀ ਕੁਲ ਦੀ ਕੋਈ ਰਸਮ ਸੀ, ਉਹ 6 ਦਿਨਾਂ ਦਾ ਬਾਲਕ ਹੋਣ ਤੋਂ ਬਾਅਦ ਉਹ ਰਸਮ ਮਨਾਈ ਗਈ। ਪਾਏ ਸੂਪ ਮਹਿ ਬਰਖਤ ਸਾਲੀ, ਤੇ ਇਸ ਤਰ੍ਹਾਂ ਕਹਿੰਦੇ ਛੱਜ ਦੇ ਵਿੱਚ ਚਾਵਲ ਪਾ ਕੇ ਛੱਟੇ ਗਏ, ਛੱਜ ਦੇ ਵਿੱਚ ਚੌਲ ਪਾ ਕੇ ਛੱਟੇ ਗਏ। ਉਹ 6 ਦਿਨਾਂ ਦੇ ਬਾਅਦ ਇਹੋ ਜਿਹੀ ਬੇਦੀ ਕੁਲ ਦੀ ਜਿਹੜੀ ਸੀ ਰੀਤ ਜਿਹੜੀ ਸੀ ਉਹ ਨਿਭਾਈ ਗਈ। ਅਸ਼ਟ ਜੋਗਨੀ ਕੀ ਅਪੇਖਾ ਕੁਸ਼ਲ ਮੰਗ ਸੁਤ ਕੀ ਸਿਰ ਟੇਕਾ। ਕਿ ਇਸ ਤਰ੍ਹਾਂ ਜਿਹੜੀ ਵੀ ਉਹਨਾਂ ਨੇ ਆਰਾਧਨਾ ਕਰਨੀ ਸੀ ਉਹ ਸਾਰੀ ਕਰਕੇ ਪ੍ਰਮਾਤਮਾ ਨੂੰ ਆਰਾਧ ਕੇ, ਪ੍ਰਮਾਤਮਾ ਦੀ ਸਿਫਤ ਸਲਾਹ ਕਰਕੇ, ਜਿਹੜੀ ਪੁੱਤਰ ਦੀ ਉਹਨਾਂ ਨੂੰ ਦਾਤ ਪ੍ਰਾਪਤ ਹੋਈ ਜਿੱਥੇ ਉਸ ਦਾ ਸ਼ੁਕਰਾਨਾ ਕੀਤਾ, ਤੇ ਉਸ ਪੁੱਤਰ ਦੀ ਕੁਸ਼ਲਤਾ ਦੇ ਵਾਸਤੇ ਆਰਾਧਨਾ ਕੀਤੀ, ਨਮਸਕਾਰ ਕੀਤੀ। ਤਰੋਦਸ ਦੋਸ਼ੇ ਸੰਖਿਆ ਕੀਨੀ ਆਇਓ ਦਿਜ ਕਾਲੂ ਸੁਧ ਦੀਨੀ। ਤੇ ਕਹਿੰਦੇ ਇਸੇ ਤਰ੍ਹਾਂ ਤੇ ਆ ਕੇ ਉਹਨਾਂ ਨੇ ਪੰਡਿਤ ਜੀ ਦੁਆਰਾ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਨੇ ਕਿ 13 ਦਿਨਾਂ ਦੀ ਗਿਣਤੀ ਕੀਤੀ ਗਈ, ਤੇ ਬ੍ਰਾਹਮਣ ਜੀ ਆਏ ਨੇ ਤੇ ਮਹਿਤਾ ਕਾਲੂ ਦਾਸ ਜੀ ਨੂੰ ਖਬਰ ਦਿੱਤੀ। ਸਿਸਕੋ ਨਾਨਕ ਨਾਮ ਤਰੀਜੈ ਇਸ ਕੀ ਸਰਬਰ ਕੋ ਨਾ ਜਨੀਜੈ। ਹੁਣ ਪੰਡਿਤ ਜੀ ਨੂੰ ਮਹਿਤਾ ਕਾਲੂ ਦਾਸ ਜੀ ਨੇ ਬੇਨਤੀ ਕੀਤੀ ਸੀ ਕਿ ਅਸੀਂ ਪੁੱਤਰ ਦਾ ਨਾਮਕਰਨ ਕਰਨਾ, ਕੋਈ ਚੰਗੀ ਤਰ੍ਹਾਂ ਸੋਧ ਕੇ, ਕੋਈ ਚੰਗੀ ਤਰ੍ਹਾਂ ਵਿਚਾਰ ਕੇ ਕੋਈ ਸੋਹਣਾ ਨਾਮ ਦੱਸਿਆ ਜਾਵੇ ਤਾਂ ਜੋ ਇਸ ਬਾਲਕ ਦਾ ਨਾਮਕਰਨ ਕੀਤਾ ਜਾਵੇ। ਕਹਿੰਦੇ ਵੀ 13 ਦਿਨਾਂ ਦੀ ਗਿਣਤੀ ਕੀਤੀ ਗਈ, ਤੇ ਜਦੋਂ ਪੰਡਿਤ ਜੀ ਵਾਪਸ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਗ੍ਰਹਿ ਵਿੱਚ ਆਉਂਦੇ ਨੇ, ਤੇ ਆ ਕੇ ਮਹਿਤਾ ਕਾਲੂ ਦਾਸ ਜੀ ਨੂੰ ਬੇਨਤੀ ਕਰਦੇ ਨੇ ਕਿ ਇਸ ਬਾਲਕ ਦਾ ਨਾਮ ਨਾਨਕ ਰੱਖਿਆ ਜਾਵੇ, ਇਸ ਬਾਲਕ ਦਾ ਨਾਮ ਨਾਨਕ ਰੱਖਿਆ ਜਾਵੇ, ਕਿ ਇਸ ਦੇ ਬਰਾਬਰ ਹੋਰ ਕੋਈ ਵੀ ਨਹੀਂ। ਚੌਪਈ ਪੰਡਿਤ ਕੈ ਸੋ ਪਵਾਇਓ ਚੋਲਾ ਤਬ ਕਾਲੂ ਮੁਖ ਤੇ ਬਚ ਬੋਲਾ। ਕਿ ਜਦ ਪੰਡਿਤ ਜੀ ਨੇ ਆਖਿਆ ਨਾ ਕਿ ਇਸ ਬੱਚੇ ਦਾ ਨਾਨਕ ਨਾਮ ਰੱਖਿਆ ਜਾਵੇ, ਇਸ ਦੇ ਬਰਾਬਰ ਦਾ ਕੋਈ ਨਹੀਂ ਨਾ, ਤਾਂ ਪੰਡਿਤ ਜੀ ਕਹਿੰਦੇ ਵੀ ਹੁਣ ਇਸ ਬਾਲਕ ਨੂੰ ਚੋਲਾ ਪਹਿਨਾਇਆ ਜਾਵੇ।
इस बालक नूं वस्त्र पहनाए जाण। ਤਾਂ ਮਹਿਤਾ ਕਾਲੂ ਦਾਸ ਜੀ ਦੁਆਰਾ ਤੋਂ ਆਪਣੇ ਮੁਖ ਤੋਂ ਪੰਡਿਤ ਜੀ ਨੂੰ ਬਚਨ ਆਖਦੇ ਨੇ, ਰਣ ਮਿਲ ਨਾਮ ਸੋ ਤੁਰਕਣ ਹਿੰਦੂ, ਨਹਿ ਰਾਖਵ ਇਹ ਨਾਮ ਦੇ ਜਿੰਦੂ। ਤੇ ਹੁਣ ਮਹਿਤਾ ਕਾਲੂ ਦਾਸ ਜੀ ਪੰਡਿਤ ਜੀ ਨੂੰ ਆਖਦੇ ਨੇ ਕਿ ਤੁਸੀਂ ਤਾਂ ਆਖ ਦਿੱਤਾ ਕਿ ਇਸ ਦਾ ਨਾਮ ਨਾਨਕ ਰੱਖਿਆ ਜਾਵੇ, ਤੇ ਕਹਿੰਦੇ ਵੀ ਇਹ ਨਾਮ ਜਿਹੜਾ ਹੈ ਨਾ ਇਹ ਰਲੇਗੱਡ ਵਾਲਾ ਹੈ, ਕਿ ਇਹ ਨਾਮ ਹਿੰਦੂ ਵੀ ਰੱਖ ਲੈਂਦੇ ਨੇ। ਤੁਰਕਣ ਦਾ ਭਾਵ ਹੁੰਦਾ ਮੁਸਲਮਾਨ, ਵੀ ਇਹ ਨਾਮ ਮੁਸਲਮਾਨਾਂ ਦੇ ਵਿੱਚ ਵੀ ਆਮ ਪ੍ਰਚਲਿਤ ਹੈ ਤੇ ਹਿੰਦੂਆਂ ਦੇ ਵਿੱਚ ਵੀ ਆਮ ਪ੍ਰਚਲਿਤ ਹੈ। ਇਹ ਰਲਿਆ ਮਿਲਿਆ ਨਾਮ ਹੋ ਗਿਆ। ਤੇ ਇਸ ਤਰ੍ਹਾਂ ਬ੍ਰਾਹਮਣ ਜੀ ਇਹ ਨਾਮ ਨਹੀਂ ਰੱਖਦੇ, ਕਹਿੰਦੇ ਨਾ ਰਾਖਵ ਇਹ ਨਾਮ ਜਿੰਦੂ, ਬ੍ਰਾਹਮਣ ਜੀ ਅਸੀਂ ਇਹ ਨਾਮ ਨਹੀਂ ਰੱਖਾਂਗੇ। ਅਵਰ ਨਾਮ ਕੋ ਸੋਧ ਤਰੀਜੈ, ਹਿਰਦੇ ਸ਼ੁਭਾ ਸ਼ੁਭ ਦੇਵ ਲਖੀਜੈ। ਤੇ ਹੁਣ ਮਹਿਤਾ ਕਾਲੂ ਦਾਸ ਜੀ ਪੰਡਿਤ ਜੀ ਨੂੰ ਆਖਦੇ ਨੇ ਕਿ ਕੋਈ ਹੋਰ ਨਾਮ ਸੋਧ ਕੇ ਰੱਖੋ, ਕਿ ਹਿਰਦੇ ਵਿੱਚ ਚੰਗਾ ਮਾੜਾ ਵਿਚਾਰ ਲਵੋ, ਚੰਗੀ ਤਰ੍ਹਾਂ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਇਹੋ ਜਿਹਾ ਨਾਮ ਵਿਚਾਰੋ ਵੀ ਜਿਹੜਾ ਸਾਡੀ ਬੇਦੀ ਕੁਲ ਨੂੰ ਜਿਹੜਾ ਸੀ ਉਹ ਚੰਗਾ ਲੱਗੇ। ਜੋ ਖਤਰੀ ਕੇ ਕੁਲ ਫਲ ਲਾਗੈ, ਤਰੋ ਨਾਮ ਅਸ ਵਿਪਰ ਸੁਭਾਗੈ। ਕਿ ਹੇ ਪੰਡਿਤ ਜੀ, ਹੇ ਭਾਗਾਂ ਵਾਲੇ ਪੰਡਿਤ ਜੀ, ਚੰਗੀ ਜੋਤਿਸ਼ ਵਿਦਿਆ ਵਾਲੇ ਪੰਡਿਤ ਜੀ, ਕੋਈ ਐਸਾ ਢੁਕਵਾਂ ਤੇ ਅਨੁਕੂਲ ਨਾਮ ਰੱਖੋ ਜਿਹੜਾ ਸਾਡੇ ਖੱਤਰੀ ਕੁਲ ਦੇ ਲਈ, ਜਿਹੜਾ ਸਾਡੀ ਬੇਦੀ ਵੰਸ਼ ਦੇ ਲਈ ਭਲਾ ਕਰੇ, ਜਿਹੜਾ ਸਾਡੀ ਬੇਦੀ ਵੰਸ਼ ਦੇ ਲਈ ਚੰਗਾ ਹੋਵੇ। ਅੱਜ ਤੱਕ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਵਿਚਾਰ ਸਰਵਣ ਕੀਤੀ ਹੈ ਕਿ ਕਿਸ ਤਰ੍ਹਾਂ ਪੰਡਿਤ ਜੀ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਤੇ ਮਹਿਤਾ ਕਾਲੂ ਦਾਸ ਜੀ ਦੇ ਕਹਿਣ ਦੇ ਬਾਬਤ ਬੱਚੇ ਦੇ ਨਾਮਕਰਨ ਦੇ ਲਈ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਜਾਂ ਵਿਚਾਰ ਕਰਕੇ ਨਾਮਕਰਨ ਕਰਦੇ ਨੇ। ਤੇ ਬਾਕੀ ਦੀ ਜੋ ਵਿਚਾਰ ਹੈ ਕਿਸ ਤਰ੍ਹਾਂ ਉਹ ਪੰਡਿਤ ਜੀ ਮਹਿਤਾ ਕਾਲੂ ਦਾਸ ਜੀ ਨੂੰ ਬੱਚੇ ਦੇ ਨਾਮ ਦੇ ਬਾਬਤ ਜਾਂ ਨਾਮ ਦੇ ਅਰਥਾਂ ਬਾਬਤ ਸਮਝਾਉਂਦੇ ਨੇ, ਉਹ ਅਸੀਂ ਬਾਕੀ ਵਿਚਾਰ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਕਿ ਅਸਲ ਦੇ ਵਿੱਚ ਨਾਨਕ ਸ਼ਬਦ ਦੇ ਅਰਥ ਕੀ ਬਣਦੇ ਨੇ। ਉਹ ਵਿਚਾਰਾਂ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਇਸੇ ਤਰ੍ਹਾਂ ਆਪ ਜੀ ਨੇ ਕੱਲ ਦੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਨੀਆਂ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।